प्रदेश में किसानों को इस बार धान की बुआई करने के लिए लेबर की कमी से दो चार होना पड़ रहा है। वहीं इससे निजात दिलवाने के लिए होशियारपुर की लंबड़ा कांगड़ी कोऑपरेटिव सोसाइटी इस बार किसानों के लिए 600 एकड़ भूमि में जापान की आधुनिक तकनीक से धान की बुआई, जिसको मैट कहा जाता है, उस तकनीक से करने जा रही है, जिससे किसानों को लेबर की कमी से जहां बड़ी राहत मिलेगी, वहीं खेत में पानी का इस्तेमाल भी कम होगा, जिससे किसान का डीजल और बिजली दोनों की बचत होगी। पिछले वर्ष ट्रायल के रूप में धान की बुआई करवा चुके किसानों का कहना है कि इस तकनीक से उनको धान का झाड़ भी अधिक मिलता है, जिससे किसानों को मुनाफा भी अच्छा होगा। ਇਹਦੀ ਬਿਜਾਈ ਮੈਂ ਪਿਛਲੇ ਸਾਲ ਵੀ ਲਗਭਗ 2-2.5 ਖੇਤ ਕਰਾਈ ਸੀਗੀ, ਮਤਲਬ 2.5 ਦੇ ਖੇਤ ਤਕਰੀਬਨ ਹੋਊਗੀ। ਤਾਂ ਬਹੁਤ ਵਧੀਆ ਰਿਜ਼ਲਟ ਰਿਹਾ ਸਾਨੂੰ ਇਹਦਾ, ਪਿਛਲੀ ਵਾਰੀ ਮਿਲਿਆ, ਝਾੜ ਵੀ ਵਧੀਆ ਮਿਲਿਆ। ਤਾਂ ਉਹਦੇ ਵਿੱਚ ਲੇਬਰ ਦੀ ਵੀ ਸਾਨੂੰ ਕੋਈ ਦਿੱਕਤ ਨਹੀਂ, ਕਿਉਂਕਿ ਲੇਬਰ ਨੂੰ ਘੁੰਮਣਾ ਪੈਂਦਾ ਲੇਬਰ ਦੇ ਮਗਰ। ਇਹਦੇ ਮਗਰ ਤਾਂ ਸਾਨੂੰ ਇਹਨਾਂ ਨੂੰ ਅਸੀਂ ਬਸ ਬੁਕਿੰਗ ਕਰਾਉਣੀ ਪੈਂਦੀ ਹੈ, ਬੁਕਿੰਗ ਕਰਾ ਕੇ ਤਾਂ ਅਸੀਂ ਇਹਨਾਂ ਨੂੰ ਸੱਦ ਲਈਦਾ। 3-4 ਦਿਨ ਪਹਿਲਾਂ ਸਾਨੂੰ ਖੇਤ ਤਿਆਰ ਕਰਨਾ ਪੈਂਦਾ ਇੱਥੋਂ ਲਾਉਣ ਤੋਂ। ਫਿਰ ਇਹਦੀ ਸਭ ਤੋਂ ਜ਼ਿਆਦਾ ਤਾਂ ਖਾਸੀਅਤ ਇਹ ਹੈ ਵੀ ਇਹਦਾ ਪਾਣੀ ਦੀ ਬੱਚਤ ਬਹੁਤ ਆ, ਸਾਨੂੰ ਜ਼ਿਆਦਾ ਪਾਣੀ ਦੀ ਬਹੁਤ ਵਰਤੋਂ ਨਹੀਂ ਕਰਨੀ ਪੈਂਦੀ। ਦੂਸਰਾ ਇਹਦੇ ਝਾੜ 'ਚ ਵੀ ਫਰਕ ਆ, ਕਿਉਂਕਿ ਇਹ ਟਾਈਮ ਨਾਲ ਲੱਗ ਜਾਂਦਾ। ਅਤੇ ਦੂਸਰਾ ਇਹਦਾ ਜਿੱਦਾਂ ਅਸੀਂ ਲੇਬਰ ਤੋਂ ਝੋਨਾ ਲਾਉਂਦੇ ਆ, ਉਹ ਸਾਡਾ ਝਾੜ 'ਚ ਵੀ ਫਰਕ ਪੈਂਦਾ, ਕਿਉਂਕਿ ਉਹ ਬਿਰਲਾ ਲਾਉਂਦੇ ਆ। ਇਹਦੀ ਲਵਾਈ ਇੱਕੋ ਜਿਹੀ ਲੱਗਦੀ ਆ, ਅਤੇ ਨਾਲੇ 5-7 ਦਿਨ 10 ਦਿਨ ਦਾ ਫਰਕ ਲੈ ਜਾਂਦਾ, ਇਹ ਪਹਿਲਾਂ ਤਿਆਰ ਹੋ ਜਾਂਦਾ ਆ। ਕੀ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ ਕਿਸਾਨਾਂ ਨੂੰ ਅਜਿਹੀ ਤਕਨੀਕਾਂ ਦੇ ਵੱਲ ਜਿਹੜਾ ਧਿਆਨ ਦੇਣ ਦੀ ਜ਼ਰੂਰਤ ਹੈ? ਬਿਲਕੁਲ ਬਿਲਕੁਲ ਜ਼ਰੂਰ। ਨਾਲੇ ਤਾਂ ਹਰੇਕ ਜਿੱਦਾਂ ਹੁਣ ਸਾਡੇ ਇਹ ਲੰਬੜਾ ਕਾਂਗੜੀ ਜਿਹੜੀ ਸੁਸਾਇਟੀ ਆ, ਇਹ ਬਹੁਤ ਵਧੀਆ ਮਤਲਬ ਕਿ ਉਪਰਾਲਾ ਇਹਨੇ ਕੀਤਾ ਇਸ ਕੰਮ ਦੇ ਬਾਰੇ। ਤਾਂ ਅਸੀਂ ਮੋਹਰੇ ਵੀ ਇਹ ਚਾਹੁੰਦੇ ਹਾਂ ਵੀ ਜਿੱਦਾਂ ਹੋਰ ਵੀ ਸਾਡੇ ਪੰਜਾਬ ਦੀਆਂ ਸੁਸਾਇਟੀਆਂ, ਉਹ ਵੀ ਇਹ ਨਾਲ ਰਲ ਕੇ ਸਾਰਾ ਇਹ ਕੰਮ ਕਰਨ, ਕਿ ਜਿਹੜਾ ਸਾਰੇ ਜ਼ਿਮੀਂਦਾਰ ਮਤਲਬ ਕਿ ਆਪਣਾ ਟਾਈਮ ਨਾਲ ਕੰਮ ਕਰਨ ਤਾਂ ਟਾਈਮ ਨਾਲ ਹੀ ਉਹਨੂੰ ਖ਼ਤਮ ਕਰਨ। देखो पिछले साल तो मेरा तजर्बा सीगा थोड़ा 4 कनाली लगाया सी। पहला हत्थी लवाने से हत्थी देखे तो लेबर का हिसाब किताब जिदा का है वो काम पहला टाइम नाल लेबर मिलती नहीं, तो मशीन का सानू इन्ना फायदा भी छेती काम हो जाता, जदों लोड़ पवे उदों ही मतलब हाजिर है। हाँ जी, तो जिन्नी अपनी लोड़ के मुताबिक उन्ना काम वध हुंदा सगों। ਇਸ ਨਾਲ ਜਿਹੜਾ ਕਿਸਾਨ ਦੀ ਜੇਬ ਦੇ ਉੱਤੇ ਜਿਹੜਾ ਬਚਤ ਦੀ ਗੱਲ मैं तो समझदा बहुत ज़्यादा बचत है, क्योंकि जिवें हत्थी लाउणा होवे तां कद्दू ही बहुत बारी करना पैंदा, ते इहदे नाल एक बारी कद्दू कर लो मशीन अपने आप ही ला दिंदी है। आ तुसीं देखिआ ही आ जिद्दां नाले मतलब इहदा झाड़ दा ਉਹ ਹੱਥੀ ਜਿਹੜਾ ਕੰਮ ਕਰਨਾ, ਕੋਈ ਬਿਰਲਾ ਦੂਰ ਲੱਗ ਜਾਂਦਾ, ਕੋਈ ਲਾਗੇ ਲੱਗ ਜਾਂਦਾ। ਇਹਦੀ ਮਸ਼ੀਨਿੰਗ ਸੈਟਿੰਗ ਹੈਗੀ ਆ, ਉਨੀ ਇਹਦੀ ਹੋਣੀ ਦੋਨੋਂ ਪਾਸੇ ਸਾਈਡ ਜਿੰਨੀ ਹੋਣੀ ਆ। 3-3 4-4 ਪੌਦੇ ਲਾਉਂਦੀ ਆ, ਤਾਂ ਉਨਾ ਹੀ ਫਿਰ ਝਾੜ ਵੱਧਦਾ। ਜਿੰਨੇ ਪੌਦੇ ਹੋਣਗੇ ਉਨਾ ਝਾੜ ਵਧਣਾ ਇਹਦਾ। वहीं लंबड़ा कोऑपरेटिव सोसाइटी के प्रोजेक्ट मैनेजर जसविंदर सिंह ने बताया कि 3 वर्ष पहले उनको काहन सिंह पन्नू, जो कि एग्रीकल्चर विभाग में बतौर सेक्रेटरी हैं, उन्होंने प्रेरित किया था, जिसके बाद उन्होंने ट्रायल पर कुछ किसानों के साथ मिलकर करीब 300 एकड़ भूमि में मैट सिस्टम के साथ धान की बुआई की, जो सफल रही। और इस बार लोगों ने करीब 600 एकड़ के लिए उनको पहले से ही बुक कर लिया है। उन्होंने बताया कि इस तकनीक से जहां किसानों को लेबर की कमी से बड़ी राहत मिलेगी, वहीं खेतों में बुआई के समय पानी भी कम इस्तेमाल होगा और खेतों में झाड़ भी अधिक होने की उम्मीद बढ़ जाती है। ਦੱਸਣਾ ਚਾਹੁੰਦਾ ਕਿ ਜਿਹੜੀ ਮੈਟ ਦੇ ਉੱਤੇ ਪਨੀਰੀ ਬੀਜ ਕੇ ਤੇ ਟਰਾਂਸਪਲਾਂਟਿੰਗ ਕਰਨੀ ਮਸ਼ੀਨ ਦੇ ਥਰੂ, ਇਹਦਾ ਅੱਜ ਤੋਂ 3 ਸਾਲ ਪਹਿਲਾਂ ਸ਼੍ਰੀ ਕਾਹਨ ਸਿੰਘ ਪੰਨੂ IAS, ਜਿਹੜੇ ਇਸ ਵੇਲੇ ਬਤੌਰ ਗੌਰਮੈਂਟ ਆਫ ਪੰਜਾਬ 'ਚ ਸੈਕਟਰੀ ਐਗਰੀਕਲਚਰ ਨੇ, ਉਹਨਾਂ ਨੇ ਇਹ ਸੁਸਾਇਟੀ ਵੀ ਅਡੋਪਟ ਕੀਤੀ ਅਤੇ ਨਵੀਂ ਤਕਨੀਕ ਬਾਰੇ ਸਾਨੂੰ ਜਾਣਕਾਰੀ ਵੀ ਦਿੰਦੇ ਰਹਿੰਦੇ। ਉਹਨਾਂ ਨੇ 3 ਸਾਲ ਪਹਿਲਾਂ ਮੈਨੂੰ ਇਹ ਕਿਹਾ ਸੀਗਾ ਕਿ ਜਿਹੜੀ ਮਸ਼ੀਨ ਨਾਲ ਬਿਜਾਈ ਹੁੰਦੀ ਆ, ਟਰਾਂਸਪਲਾਂਟਿੰਗ ਹੁੰਦੀ ਆ, ਅਤੇ ਮੈਟ ਦੇ ਉੱਤੇ ਪਨੀਰੀ ਬੀਜ ਕੇ ਜੇ ਕਿਸਾਨਾਂ ਦੇ ਖੇਤਾਂ ਵਿੱਚ ਲਾਈ ਜਾਵੇ, ਇਹਦੇ ਕਈ ਫਾਇਦੇ ਆ। ਇੱਕ ਤਾਂ ਇਹਦੇ ਵਿੱਚ ਪਾਣੀ ਦੀ ਬੱਚਤ ਹੁੰਦੀ ਆ, ਇੱਕ ਜਿਹੜਾ ਝਾੜ ਵਿੱਚ ਵਾਧਾ ਹੁੰਦਾ, ਅਤੇ ਇੱਕ ਜਿਹੜੀ ਲੇਬਰ ਦੀ ਖਾਸ ਕਰਕੇ ਪੰਜਾਬ ਵਿੱਚ ਸਮੱਸਿਆ ਆ ਰਹੀ ਆ ਕਿਸਾਨਾਂ ਨੂੰ, ਉਹਦਾ ਬੜਾ ਵਧੀਆ ਸੋਲੂਸ਼ਨ ਮਿਲਦਾ ਪਿਆ। ਅਤੇ ਉਹ 3 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਇੱਕ ਟਰਾਇਲ ਕਰਕੇ ਦੱਸਿਆ ਸੀਗਾ ਵੀ ਮੈਂ ਟਰਾਇਲ ਕਰਾਂ। ਮੈਂ ਸੁਸਾਇਟੀ ਦੇ ਵਿੱਚ ਜਗ੍ਹਾ ਵਿੱਚ ਤਕਰੀਬਨ ਕਨਾਲ ਕੁ ਜਗ੍ਹਾ ਵਿੱਚ ਪਨੀਰੀ ਬੀਜ ਕੇ ਇੱਕ ਟਰਾਇਲ ਕੀਤਾ, ਅਤੇ ਉਹ ਟਰਾਇਲ ਬੜਾ ਵਧੀਆ ਸਕਸੈਸਫੁਲ ਹੋਇਆ। ਸਾਡੀ ਪਨੀਰੀ ਵੀ ਵਧੀਆ ਹੋਈ, ਆਪਾਂ ਨੂੰ ਖੇਤਾਂ 'ਚ ਲਗਾਇਆ, ਝਾੜ ਵੀ ਵਧੀਆ ਆਇਆ। ਅਗਲੇ ਸਾਲ ਫਿਰ ਪੰਨੂ ਸਾਹਿਬ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਮਸ਼ੀਨਾਂ ਪਰਚੇਜ ਕਰੋ ਵੀ ਇਹ, ਤਾਂ ਕਿ ਅਗਲੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਲੇਬਰ ਦੀ ਘਾਟ ਆ ਇਹ ਪੂਰੀ ਹੋ ਸਕੇ। ਆਪਾਂ ਉਸੇ ਟਾਈਮ ਜਿਹੜੀ ਮਸ਼ੀਨ ਆਰਡਰ ਕੀਤੀ, ਇਹ ਮਸ਼ੀਨ ਮੰਗਾਈ। ਇਹ ਜਾਪਾਨ ਟੈਕਨੋਲੋਜੀ ਦੀ ਮਸ਼ੀਨ ਹੈਗੀ, ਕਬੋਟਾ ਦੀ, ਅਤੇ ਉਹਦੇ ਹਿਸਾਬ ਨਾਲ ਆਪਾਂ ਜੋ ਇਹਨਾਂ ਦੀ ਮਸ਼ੀਨੀ ਸੀਡਰ ਵਗੈਰਾ ਉਹਨਾਂ ਨੇ ਸਾਨੂੰ ਭੇਜੇ। ਪਿਛਲੇ ਸਾਲ ਆਪਾਂ ਫਿਰ ਬੁਕਿੰਗ ਵੀ ਕੀਤੀ ਕਿਸਾਨਾਂ ਦੀ, ਤਕਰੀਬਨ 150 ਕਿੱਲੇ ਦੀ ਬੁਕਿੰਗ ਹੋਈ ਸਾਡੀ।
ਤੇ ਫਸਟ ਟਾਈਮ ਸੀਗਾ ਸਾਡਾ ਇਹ ਲੋਕਾਂ ਦੇ ਖੇਤਾਂ ਤੱਕ ਜਾਣਾ, ਤੇ ਲੋਕਾਂ ਨੂੰ ਬੜਾ ਔਖਾ ਸਮਝਾਉਣਾ ਵੀ ਸੀਗਾ ਕਿ ਟੈਕਨੀਕ ਦੇ ਫਾਇਦੇ ਆ, ਕਿਉਂਕਿ ਨਵੀਂ ਟੈਕਨੀਕ ਹੋਣ ਕਰਕੇ ਲੋਕੀ ਡਰਦੇ ਵੀ ਸੀਗੇ। ਇਸ ਕਰਕੇ ਆਪਾਂ ਉਹ ਬਿਜਾਈ ਕੀਤੀ ਆਪਣੇ ਖੇਤਾਂ ਵਿੱਚ ਪਨੀਰੀ ਦੀ। ਉਹਨਾਂ ਨੂੰ ਆਪਾਂ ਇਹ ਕਿਹਾ ਕਿ ਆਪਾਂ ਤੁਹਾਡੇ ਖੇਤਾਂ 'ਚ ਲਾ ਕੇ ਵੀ ਆਵਾਂਗੇ, ਤਾਂ ਰੇਟ ਵੀ ਉਹਨਾਂ ਨੂੰ ਇੰਨਾ ਘੱਟ ਕਰਤਾ ਕਿ ਉਹਨਾਂ ਦੇ ਮਨ 'ਚੋਂ ਡਰ ਖਤਮ ਹੋ ਜਾਵੇ। ਆਪਾਂ 4000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਸਿਰਫ ਇੱਕ ਟ੍ਰਾਇਲ ਦੇ ਤੌਰ ਤੇ ਲੋਕਾਂ ਦੇ ਅੰਦਰ ਇੱਕ ਆਸ ਜਗਾਉਣ ਲਈ ਇਹ ਉਹਨਾਂ ਦੇ ਤਕਰੀਬਨ ਆਪਾਂ ਸ਼ੁਰੂ ਕੀਤਾ। ਆਪਾਂ ਟਾਂਡੇ ਏਰੀਏ 'ਚ ਲਾਗੇ ਛਾਗੇ ਜਿੰਨੇ ਵੀ ਏਰੀਏ 'ਚ ਸੀਗੇ ਆਪਾਂ ਉੱਥੇ ਗਏ, ਖੁਦ ਉਨਾ ਟਾਈਮ ਮਸ਼ੀਨ ਦੇ ਨਾਲ ਰਹੇ। ਲੋਕੀ ਡਰਦੇ ਸੀਗੇ ਇਹਦਾ ਸਾਈਜ਼ ਛੋਟਾ ਆ, ਇਹ ਪਾਣੀ 'ਚ ਖਰਾਬ ਨਾ ਹੋ ਜਾਏ। ਆਪਾਂ ਉਹਨਾਂ ਨੂੰ ਵਾਰ-ਵਾਰ ਸਮਝਾਉਂਦੇ ਰਹੇ ਕਿ ਤੁਸੀਂ ਸਮੇਂ ਦੇ ਹਿਸਾਬ ਨਾਲ ਦੇਖਿਓ, ਝਾੜ ਵਧੂਗਾ, ਵਧੀਆ ਆਊਗਾ, ਕਿਉਂਕਿ ਇਹਦੇ ਇੱਕ ਤਰੀਕਾ ਹੁੰਦਾ ਆ। ਕਿਉਂ ਜੇ ਹਰ ਮਸ਼ੀਨ ਦਾ ਇੱਕ ਤਰੀਕਾ ਹੈਗਾ ਟਰਾਂਸਪਲਾਂਟਿੰਗ, ਮਤਲਬ ਬੂਟੇ ਤੋਂ ਬੂਟੇ ਦਾ ਫਾਸਲਾ, ਫਿਰ ਉਹਦਾ ਲੈਂਡ ਟੂ ਲੈਂਡ ਫਾਸਲਾ ਪੂਰਾ ਹੋਣ ਕਰਕੇ ਇੱਕ ਤਾਂ ਉਹਦੇ ਧੁੱਪ, ਹਵਾ ਸਾਰਾ ਕੁਝ ਪ੍ਰੋਪਰ ਮਿਲਦਾ, ਬੂਟੇ ਦੀ ਗਰੋਥ ਵਧੀਆ ਹੁੰਦੀ ਆ। ਇਸ ਤਰੀਕੇ ਨਾਲ ਫਿਰ ਜਦੋਂ ਬਿਜਾਈ ਕੀਤੀ, ਬਾਅਦ ਵਿੱਚ ਲੋਕਾਂ ਦੇ ਫੋਨ ਖੁਦ ਆਏ ਕਿ ਸਾਡਾ ਤਾਂ ਜੀ 32-32 ਕੁਆਂਟਲ ਝਾੜ ਆਇਆ। ਨਾਲ ਦੇ ਖੇਤਾਂ ਦਾ ਬਾਰੇ ਪੁੱਛਿਆ ਆਪਾਂ, ਉਹਨਾਂ ਦਾ ਜੀ 26-27 ਕੁਆਂਟਲ ਸੀਗਾ। ਤੇ ਉਸੇ ਟਾਈਮ ਮਤਲਬ ਕਿ ਕਹਿ ਲਓ ਕਿ ਜਦੋਂ ਅਗਸਤ ਸਤੰਬਰ ਦਾ ਟਾਈਮ ਸੀਗਾ, ਲੋਕਾਂ ਨੇ ਉਦੋਂ ਹੀ ਸਾਨੂੰ ਬੁੱਕ ਕਰਵਾ ਦਿੱਤਾ ਕਿ ਸਾਡਾ ਐਡਵਾਂਸ ਬੁਕਿੰਗ ਕਰੋ। ਸਾਨੂੰ ਇੱਦਾਂ ਦੇ ਹਾਲਾਤਾਂ ਬਾਰੇ ਵੀ ਨਹੀਂ ਪਤਾ ਸੀਗਾ ਕੁਝ ਵੀ, ਆਪਾਂ ਉਹਨਾਂ ਦੀ ਹਾਂ ਕਰ ਲਈ, ਬੁਕਿੰਗ ਕਰ ਲਈ। ਤਕਰੀਬਨ ਸਮੇਂ-ਸਮੇਂ 'ਤੇ ਸਾਨੂੰ ਪੁੱਛਦੇ ਰਹੇ ਆਪਾਂ ਕਿ ਪੈਸੇ ਐਡਵਾਂਸ ਨਹੀਂ ਲੈਣੇ। ਹੁਣ ਤੁਸੀਂ ਦੇਖੋ ਇੱਕ ਦੌੜ ਇੱਦਾਂ ਦਾ ਆ ਗਿਆ ਕਿ ਇਸ ਵੇਲੇ ਕਰੋਨਾ ਦੀ ਵਜ੍ਹਾ ਨਾਲ ਇੱਕ ਤਾਂ ਟਰਾਂਸਪਲਾਂਟਿੰਗ ਕਰਨੀ ਔਖੀ ਹੋ ਰਹੀ ਆ, ਤੇ ਹੁਣ ਉਹਦਾ ਫਾਇਦਾ ਇਹ ਮਸ਼ੀਨਾਂ ਦਾ ਇਹ ਫਾਇਦਾ ਹੋ ਗਿਆ ਕਿ ਜਿਹੜੇ ਲੋਕਾਂ ਨੇ ਪਹਿਲਾਂ ਹੀ ਸਾਤੋਂ ਬੁੱਕ ਕਰਵਾ ਲਈ ਸੀ 600 ਏਕੜ, ਉਹਨਾਂ ਨੂੰ ਇਹ ਫਾਇਦਾ ਹੋ ਗਿਆ ਕਿ ਉਹਨਾਂ ਦੇ ਮਨ 'ਚੋਂ ਇਹ ਡਰ ਖਤਮ ਹੋ ਗਿਆ ਕਿ ਲੇਬਰ ਦੀ ਪ੍ਰੋਬਲਮ ਸਾਡੇ ਮਨ 'ਚ ਹੈਗੀ ਆ। ਕਿਉਂਕਿ ਉਹਨਾਂ ਦਾ ਜਿਹੜਾ ਪਤਾ ਸੀਗਾ, ਉਹਨਾਂ ਨੂੰ ਸਾਡੇ ਇੱਥੇ ਏਰੀਆ ਦੇ ਵਿੱਚ ਮਸ਼ੀਨਰ ਹੈਗੀ ਆ, ਇਹਨਾਂ ਨੇ ਆਪ ਹੀ ਲੈ ਕੇ ਆਉਣਾ, ਆਪ ਹੀ ਸਾਡੇ ਖੇਤਾਂ 'ਚ ਲਾ ਜਾਣਾ, ਤੇ ਸਾਨੂੰ ਤਾਂ ਸਿਰਫ ਇੱਕ ਕੱਦੂ ਕਰਕੇ ਉਹ 'ਚ 1 ਇੰਚ ਪਾਣੀ ਤੋਂ ਘੱਟ ਪਾਣੀ ਖੜਾ ਕਰਨਾ ਆ, ਉਸ ਤੋਂ ਬਾਅਦ ਉਹਨਾਂ ਦਾ ਕੰਮ ਖਤਮ ਆ। ਹੁਣ ਇਸ ਤਰੀਕੇ ਨਾਲ ਆਪਾਂ ਇਹ ਬਿਜਾਈ ਕੀਤੀ ਆ 600 ਏਕੜ ਪਨੀਰੀ ਦੀ। ਹੁਣ ਤੁਸੀਂ ਦੇਖ ਕੇ ਆਏ ਆ, ਉਹਦਾ ਪੂਰਾ ਪ੍ਰੋਸੈਸ ਵੀ ਤੁਸੀਂ ਜਾਣ ਲਿਆ ਕਿੱਦਾਂ ਪਨੀਰੀ ਹੁੰਦੀ ਆ। ਫਿਰ ਉਹਦਾ ਪਾਣੀ ਫੁਆਰਿਆਂ ਦੇ ਨਾਲ ਲੱਗਦਾ, ਘੱਟ ਤੋਂ ਘੱਟ ਮਾਤਰਾ 'ਚ। ਫਿਰ 22 ਤੋਂ 25 ਦਿਨ ਦੀ ਪਨੀਰੀ ਜਦੋਂ ਹੋ ਗਈ, ਆਪਾਂ ਲੋਕਾਂ ਦੇ ਖੇਤਾਂ 'ਚ ਟਰਾਂਸਪਲਾਂਟਿੰਗ ਕਰਨੀ ਸ਼ੁਰੂ ਕਰ ਦੇਣੀ ਆ। 25 ਤੋਂ 30 ਦਿਨ ਦੀ ਪਨੀਰੀ ਆਪਾਂ ਲੋਕਾਂ ਦੇ ਖੇਤਾਂ ਵਿੱਚ ਲਗਾ ਦਈਦੀ ਆ। ਉਸ ਹਿਸਾਬ ਨਾਲ ਹੀ ਪਨੀਰੀ ਪਾਈ ਜਾਂਦੀ ਆ, ਤਾਂ ਕਿ ਜਿੱਦਾਂ ਪਲਾਂਟਿੰਗ ਹੋਈ ਜਾਵੇ ਉਹਦੀ ਨਵੀਂ ਪਨੀਰੀ ਦੀ ਗਰੋਥ ਉਸ ਹਿਸਾਬ ਨਾਲ 25 ਦਿਨ ਪੂਰੇ ਹੁੰਦੇ ਜਾਣ। ਇਸ ਤਰੀਕੇ ਨਾਲ ਤਕਰੀਬਨ 600 ਏਕੜ ਜਿਹੜੀ ਆਪਾਂ ਇਸ ਵਾਰ ਬਿਜਾਈ ਕਰਾਂਗੇ। ਮੈਨੂੰ ਆਸ ਆ ਕਿ ਇਸ ਵਾਰ ਵੀ ਜਿਹੜਾ ਝਾੜ ਆ 2 ਤੋਂ 3 ਕੁਆਂਟਲ ਜਿਹੜਾ ਵਧੀਆ ਝਾੜ ਆਊਗਾ, ਪਾਣੀ ਦੀ ਬੱਚਤ ਆਊਗੀ। ਤੇ ਲੋਕਾਂ ਨੂੰ ਜਿਹੜੀ ਖਾਸ ਕਰਕੇ ਇਸ ਵਾਰ ਜਿਹੜੀ ਪ੍ਰੋਬਲਮ ਆਈ ਆ ਲੇਬਰ ਦੀ, ਉਹਦੇ ਵਾਸਤੇ ਵੀ ਹੁਣ ਲੋਕਾਂ ਨੇ ਕਾਫੀ ਮਸ਼ੀਨਾਂ ਪਰਚੇਜ ਕੀਤੀਆਂ। ਮੈਨੂੰ ਕਾਫੀ ਫੋਨ ਆਉਂਦੇ ਰਹਿੰਦੇ ਆ, ਪਰ ਹੁਣ ਸਮੇਂ ਦੀ ਘਾਟ ਕਰਕੇ ਆਪਾਂ ਉਹਨਾਂ ਨੂੰ ਇਹੀ ਕਹੀਦਾ ਕਿ ਜੇਕਰ ਤੁਸੀਂ ਸਿੱਖਣਾ ਤੇ ਸਾਡੇ ਇੱਥੇ ਜਿਹੜੇ ਆਪਾਂ ਟ੍ਰਾਇਲ ਕਰ ਰਹੇ ਹਾਂ ਉੱਥੇ ਆ ਕੇ ਦੇਖ ਲਓ ਵੀ ਉਹ ਹੁਣ ਲੋਕਾਂ ਨੇ ਮਸ਼ੀਨਾਂ ਪਰਚੇਜ ਕੀਤੀਆਂ। ਸਿਰਫ ਸਮਾਂ ਇਹ ਰਹਿ ਗਿਆ ਕਿ ਉਹਨਾਂ ਨੂੰ ਸਿੱਖਣ ਵਿੱਚ ਥੋੜ੍ਹਾ ਜਿਹਾ ਟਾਈਮ ਲੱਗੂਗਾ। ਹੁਣ ਆਪਾਂ ਉਹਨਾਂ ਨੂੰ ਇਹੀ ਐਡਵਾਈਸ ਕਰਾਂਗੇ, ਜੇ ਅਜੇ ਵੀ ਸਿੱਖਣਾ ਚਾਹੁੰਦੇ ਆ, ਸਾਡਾ ਪਨੀਰੀ ਦਾ ਕੰਮ ਚੱਲ ਰਿਹਾ, ਟਰਾਂਸਪਲਾਂਟਿੰਗ ਦਾ ਚੱਲਦਾ, ਉਹ ਸਾਤੋਂ ਆ ਕੇ ਐਡਵਾਈਸ ਲੈ ਸਕਦੇ ਆ। ਸਰ ਜਿਹੜਾ ਕਿੰਨੇ ਏਕੜ ਦੇ ਵਿੱਚ ਲਗਾਉਣ ਦੀ ਆਸ ਹੈਗੀ ਸੀ, ਕਿੰਨਾ ਏਕੜ ਕਵਰ ਕਰਾਂਗੇ? ਆਪਾਂ ਤਕਰੀਬਨ 600 ਏਕੜ ਪਰਚੇਜ ਕਰਾਂਗੇ, ਕਿਉਂਕਿ ਸਾਡੇ ਕੋਲ ਇੱਕ ਸੁਸਾਇਟੀ ਦੀ ਪਹਿਲਾਂ ਹੀ ਮਸ਼ੀਨ ਸੀਗੀ, ਤੇ ਆਪਾਂ ਯੂਨੀਵਰਸਿਟੀ ਨੂੰ ਇਹ ਕਿਹਾ ਸੀਗਾ ਕਿ ਸਾਡੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਆ, ਇਸ ਵੇਲੇ ਪ੍ਰੋਬਲਮ ਆ ਰਹੀ ਆ। ਉਹਨਾਂ ਨੇ ਇੱਕ ਮਸ਼ੀਨ ਸਾਨੂੰ ਇੱਕ ਯੂਨੀਵਰਸਿਟੀ ਵੱਲੋਂ ਅਵੇਲੇਬਲ ਕਰਾਤੀ ਆ। ਤੁਸੀਂ ਦੇਖ ਸਕਦੇ ਆ 2 ਮਸ਼ੀਨਾਂ ਖੜੀਆਂ ਆ, ਤੇ ਇਸ ਤਰੀਕੇ ਨਾਲ ਆਪਾਂ 600 ਏਕੜ ਦੇ ਕਰੀਬ ਇਹ ਝੋਨਾ ਜਿਹੜਾ ਬੀਜਾਂਗੇ लोगों ਦੇ। खेती विभाग पंजाब के माहिर डॉक्टर सिमरनजीत सिंह ने जहां जापानी मैट तकनीक द्वारा की जा रही धान की बुआई के बारे में जानकारी देते हुए बताया कि सबसे पहले मैट धान की जो नर्सरी है उसका चयन करना सबसे पहले वो ज़रूरी है, और उसके बाद मिट्टी जिस पर इसकी पनीरी लगाई जाएगी। इसके बाद खेत जहां पर धान की बुआई होगी, क्योंकि खेत में 1 इंच से ज़्यादा पानी की ज़रूरत नहीं होती। वहीं इस खेत से जहां झाड़ अधिक मिलता है, वहीं किसान को लेबर की कमी का सामना करना पड़ रहा था। अब उससे राहत मिलती है, जिससे उसकी आमदनी में इजाफा होगा। ਇਹ ਸਰ ਇੱਕ ਨਰਸਰੀ ਟੈਕਨੀਕ ਆ ਜਿਹੜੀ ਜਾਪਾਨ ਤੋਂ ਲਈ ਗਈ ਹੈ ਤੇ ਹੁਣ ਆਪਣੇ ਪੰਜਾਬ ਵਿੱਚ ਕਾਫੀ ਪ੍ਰਚਲਿਤ ਹੋ ਰਹੀ ਹੈ, ਕਿਉਂਕਿ ਦੇਖਣ ਵਿੱਚ ਆਇਆ ਹੁਣ ਪਿਛਲੇ ਸਮੇਂ ਜਾਂ ਕਰੋਨਾ ਦੀ ਮਹਾਮਾਰੀ ਕਰਕੇ ਕਾਫੀ ਜਿਹੜੀ ਹੈਗੀ ਆ ਆਪਣੀ ਲੇਬਰ ਦੀ ਸ਼ਾਰਟੇਜ ਹੋ ਗਈ ਆ, ਤੇ ਇਹ ਲੇਬਰ ਦੀ ਸ਼ਾਰਟੇਜ ਵਿੱਚ ਇੱਕ ਬਹੁਤ ਵਧੀਆ ਵਿਕਲਪ ਹੈਗਾ, ਕਿਉਂਕਿ ਇਹ ਇੱਕ ਤਾਂ ਮੈਕਨਾਈਜ਼ ਤਰੀਕੇ ਨਾਲ ਇਹ ਜਿਹੜੀ ਆਪਣੀ ਟਰਾਂਸਪਲਾਂਟਿੰਗ ਹੋ ਜਾਂਦੀ ਹੈ ਝੋਨੇ ਦੀ। ਕਿਉਂਕਿ ਸਭ ਤੋਂ ਪਹਿਲਾਂ ਤਾਂ ਮੁੱਖ ਜਿਹੜੀ ਚੀਜ਼ ਹੈਗੀ ਉਹ ਹੈਗੀ ਨਰਸਰੀ ਤਿਆਰ ਕਰਨਾ, ਕਿਉਂਕਿ ਨਰਸਰੀ ਹੀ ਇੱਕ ਇਹਦਾ ਮੁੱਢਲਾ ਸਰੋਤ ਆ। ਜੇ ਨਰਸਰੀ ਤਿਆਰ ਅਸੀਂ ਵਧੀਆ ਕਰ ਲਈ ਤਾਂ ਆਪਣੀ ਜਿਹੜੀ ਫਸਲ ਆ ਬਹੁਤ ਵਧੀਆ ਜਾਵੇਗੀ ਤੇ ਐਂਡ ਤੱਕ ਵਧੀਆ ਰਹੇਗੀ। ਨਰਸਰੀ ਟੈਕਨੀਕ ਨੂੰ ਜਾਂ ਨਰਸਰੀ ਨੂੰ ਚੰਗੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਜਿਹੜੀ ਸਿਲੈਕਸ਼ਨ ਕਰਨੀ ਆ, ਉਹ ਇੱਕ ਖੇਤ ਦੀ ਸਿਲੈਕਸ਼ਨ ਕਰਨੀ ਆ, ਮਿੱਟੀ ਦੀ ਸਿਲੈਕਸ਼ਨ ਕਰਨੀ ਆ, ਕਿਹੋ ਜਿਹੀ ਹੋਣੀ ਚਾਹੀਦੀ ਆ। ਸਭ ਤੋਂ ਬੈਸਟ ਜਿਹੜੀ ਮਿੱਟੀ ਹੈਗੀ ਆ ਇਹ ਤਿਆਰ ਕਰਨ ਲਈ, ਨਰਸਰੀ ਤਿਆਰ ਕਰਨ ਲਈ, ਉਹ ਭੁਰਭੁਰੀ ਕਿਸਮ ਦੀ ਮਿੱਟੀ ਹੋਵੇ, ਜਿਹਦੇ ਵਿੱਚ ਪੇਪੜੀ ਵਗੈਰਾ ਨਾ ਬਣੇ, ਸਾਫ਼ ਮਿੱਟੀ ਹੋਵੇ। ਕਿਉਂਕਿ ਜੇ ਮਿੱਟੀ ਭੁਰਭੁਰੀ ਹੋਊਗੀ ਤਾਂ ਜਦੋਂ ਉਹ ਅਸੀਂ ਮਸ਼ੀਨ ਵਿੱਚ ਉਹਨੂੰ ਚਲਾਵਾਂਗੇ ਮੈਟ ਨੂੰ, ਤਾਂ ਉਹ ਵਧੀਆ ਤਰੀਕੇ ਨਾਲ ਵਿੱਚੋਂ ਨਿਕਲ ਜਾਵੇਗੀ ਤੇ ਥੱਲੇ ਜ਼ਮੀਨ ਨਾਲ ਲੱਗ ਜਾਵੇਗੀ। ਤੇ ਸਭ ਤੋਂ ਪਹਿਲਾਂ ਜਿਹੜੀ ਮੁੱਢਲੀ ਗੱਲ ਹੈਗੀ ਆ ਇਹ ਤਿਆਰ ਕਰਨ ਲਈ, ਸਭ ਤੋਂ ਪਹਿਲਾਂ ਅਸੀਂ ਇਹਦੇ ਥੱਲੇ ਇੱਕ ਜਿਹੜੀ ਹੈਗੀ ਪੋਲੀਥੀਨ ਦੀ ਸ਼ੀਟ ਵਿਛਾ ਦਿੰਦੇ ਹਾਂ, ਅਤੇ ਪੋਲੀਥੀਨ ਦੀ ਸ਼ੀਟ ਦੇ ਵਿੱਚ ਅਸੀਂ ਸ਼ੇਕ ਕਰ ਲੈਂਦੇ ਹਾਂ ਕਿਸੇ ਮਸ਼ੀਨ ਦੇ ਦੁਆਰਾ, ਜਾਂ ਜੇ ਆਪਾਂ ਕੋਈ ਮਸ਼ੀਨ ਨਹੀਂ ਅਵੇਲੇਬਲ ਤਾਂ ਆਪਾਂ
ਸਿਲਵਰ ਦਾ ਬੁਰਸ਼ ਹੁੰਦਾ ਹੈਗਾ, ਜਿਹਦੇ ਨਾਲ ਆਪਾਂ ਕਈ ਵਾਰ ਘਰਾਂ ਵਿੱਚ ਇੱਟਾਂ ਸਾਫ਼ ਕਰਦੇ ਹਾਂ, ਉਹਦੇ ਨਾਲ ਅਸੀਂ ਮਾਰ ਕੇ ਇਹ 'ਚ ਸ਼ੇਕ ਕਰ ਲੈਂਦੇ ਨੇ, ਤਾਂ ਜੋ ਜਿਹੜੀ ਹੈਗੀ ਆ ਉਹ ਜੜ੍ਹਾਂ ਦੀ ਜਿਹੜੀ ਹੈਗੀ ਆ ਇੱਕ ਜਿਹੜਾ ਬਣਿਆ ਰਵੇ, ਇਕਸਾਰ ਬਣੀ ਰਵੇ, ਜ਼ਮੀਨ ਦੇ ਨਾਲ ਜੁੜੀਆਂ ਰਹਿਣ, ਹਵਾ ਮਿਲਦੀ ਰਵੇ, ਉਹਨੂੰ ਪਾਣੀ ਮਿਲਦਾ ਰਵੇ। ਇਸ ਤੋਂ ਬਾਅਦ ਕੀ ਆ, ਅਸੀਂ ਫਰੇਮ ਲੈ ਲੈਂਦੇ ਆ। ਜਿਹੜਾ ਫਰੇਮ ਹੈਗਾ ਉਹ ਇੱਕ ਫਿਕਸ ਫਰੇਮ ਆ 2 ਫੁੱਟ ਬਾਏ 12 ਜਾਂ 15 ਫੁੱਟ ਦਾ, ਤੇ ਉਹ ਫਰੇਮ ਰੱਖ ਲੈਂਦੇ ਆ ਉਸ ਸ਼ੀਟ ਦੇ ਉੱਤੇ। ਤੇ ਉਸ ਤੋਂ ਬਾਅਦ ਉਸ ਸ਼ੀਟ ਦੇ ਉੱਤੇ ਮਿੱਟੀ ਛਾਣ ਕੇ, ਤਾਂ ਕਿ ਮਿੱਟੀ ਦੇ ਵਿੱਚ ਕੋਈ ਡਲੀ ਨਾ ਰਵੇ, ਕੋਈ ਢੀਮ ਨਾ ਹੋਵੇ, ਤਾਂ ਕਿ ਉਹ ਜਿਹੜੀ ਮਸ਼ੀਨ 'ਚ ਚੱਲਣ 'ਚ ਪ੍ਰੋਬਲਮ ਹੋਵੇ। ਉਹ ਫਰੇਮ ਦੇ ਉੱਤੇ ਅਸੀਂ ਫਿਰ ਇੱਕ ਸਾਂਚੇ ਬਣੇ ਹੋਏ ਆ ਜਿਨ੍ਹਾਂ ਦੇ ਨਾਲ ਵੀਲ ਲੱਗੇ ਹੋਏ ਆ, ਉਸ ਫਰੇਮ ਦੇ ਉੱਤੇ ਚੱਲਦੇ ਨੇ ਤੇ ਮਿੱਟੀ ਸੁੱਟ ਦਿੰਦੇ ਨੇ। ਉਹ ਮਿੱਟੀ ਸੁੱਟਣ ਤੋਂ ਬਾਅਦ, ਉਹ ਛਾਣੀ ਹੋਈ ਮਿੱਟੀ ਸੁੱਟਣ ਤੋਂ ਬਾਅਦ ਉਹਦੇ ਉੱਤੇ ਬੀਜ ਪਾਇਆ ਜਾਂਦਾ ਹੈਗਾ, ਠੀਕ ਹੈ। ਬੀਜ ਪਾਉਣ ਤੋਂ ਬਾਅਦ ਫਿਰ ਉਹਦੇ ਉੱਤੇ ਮਿੱਟੀ ਦੁਬਾਰਾ ਸੁੱਟੀ ਜਾਂਦੀ ਹੈ, ਤਾਂ ਕਿ ਉਹਨੂੰ ਕਵਰ ਹੋ ਜਾਵੇ ਚੰਗੀ ਤਰ੍ਹਾਂ। ਉਸ ਤੋਂ ਬਾਅਦ ਇਹਨੂੰ ਜਿਹੜਾ ਹੈਗਾ ਪਾਣੀ ਲਾਉਣਾ, ਅਸੀਂ ਸਮੇਂ ਦਰ ਸਮੇਂ ਪਾਣੀ ਲਾਉਣਾ, ਕਿਉਂਕਿ ਜਿਹੜੀ ਆਪਣੀ ਇਹ ਜਿਹੜੀ ਆ, ਅਸੀਂ ਜਿਹੜੀ ਅਰਲੀ ਥੋੜ੍ਹਾ ਤਿਆਰ ਕਰ ਲੈਂਦੇ ਆ ਆਪਾਂ ਖੇਤ ਤੋਂ ਲਾਉਣ ਤੋਂ ਪਹਿਲਾਂ, ਤੇ ਮਈ ਮਹੀਨੇ ਦੇ ਵਿੱਚ ਤਿਆਰ ਹੁੰਦੀ ਆ, ਤੇ ਉਹਨਾਂ ਦਿਨਾਂ ਵਿੱਚ ਜਾਂ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਆ, ਤੇ ਪਾਣੀ ਦੀ ਲਗਾਤਾਰ ਲੋੜ ਰਹਿੰਦੀ ਆ। ਪਾਣੀ ਆਪਾਂ ਉਹਦੇ ਦੁਆਲੇ ਖਾਲ ਕੱਢ ਕੇ ਲਾ ਸਕਦੇ ਹਾਂ। ਉਸ ਤੋਂ ਬਾਅਦ ਉਹਦੇ ਉੱਤੇ ਸਪਰੇਅ ਕਰ ਸਕਦੇ ਆ, ਸਪ੍ਰਿੰਕਲਰ ਜਿਹੜੇ ਆਪਾਂ ਹੱਥ ਵਾਲੇ ਸਪ੍ਰਿੰਕਲਰ ਹੁੰਦੇ ਆ ਉਹਨਾਂ ਨਾਲ ਸਪਰੇਅ ਕਰ ਸਕਦੇ ਹਾਂ। ਤੇ ਇਸ ਤੋਂ ਬਾਅਦ ਜਦੋਂ ਆਪਣੀ ਪਨੀਰੀ ਆਪਾਂ ਜੇ ਦੇਖੀਏ ਤਾਂ ਬਹੁਤ ਵਧੀਆ ਪਨੀਰੀਆਂ ਆਪਣੀਆਂ ਝੋਨੇ ਦੀਆਂ ਉਹ 20 ਤੋਂ 30 ਦਿਨ ਦੇ ਵਿੱਚ ਤਿਆਰ ਹੋ ਜਾਂਦੀਆਂ, ਤੇ ਜਿਹੜੀ ਹੈਗੀ ਹੈ ਇਹ ਪਨੀਰੀ 25 ਕੁ ਦਿਨ ਦੇ ਕਰੀਬ ਦੀ ਜਿਹੜਾ ਮੈਟ ਆ ਉਹ ਵਧੀਆ ਤਿਆਰ ਹੋ ਜਾਂਦਾ ਫੀਲਡ ਵਿੱਚ ਲਾਉਣ ਲਈ। ਤੇ ਉਸ ਟਾਈਮ ਅਸੀਂ ਇਹ ਮੈਟ ਨੂੰ ਜਿਹੜਾ ਮਸ਼ੀਨ ਦੇ ਸਾਂਚੇ ਦੇ ਹਿਸਾਬ ਨਾਲ, ਆਕਾਰ ਦੇ ਹਿਸਾਬ ਨਾਲ ਤਿਆਰ ਕਰ ਲੈਂਦੇ ਹਾਂ। ਮਤਲਬ ਜਿਵੇਂ ਆਪਾਂ ਪਹਿਲਾਂ ਦੱਸਿਆ ਵੀ 2 ਫੁੱਟ ਬਾਏ 15 ਫੁੱਟ ਦਾ ਜਾਂਦਾ ਹੈਗਾ, ਤੇ ਉਹਨੂੰ ਅਸੀਂ 2 ਫੁੱਟ ਬਾਏ 1 ਫੁੱਟ ਜਾਂ 11 ਇੰਚ ਤੱਕ ਦੇ ਕੱਟ ਲੈਂਦੇ ਹਾਂ, ਤੇ ਉਹ ਕੱਟ ਕੇ ਉਹ ਮਸ਼ੀਨ ਦੇ ਉੱਤੇ ਲੋਡ ਕੀਤੇ ਜਾਂਦੇ ਹਨ। ਉਹ ਮਸ਼ੀਨ ਜਿਵੇਂ ਜਿਵੇਂ ਚੱਲਦੀ ਹੈ, ਤੇ ਇੱਕ ਇਹ ਤੋਂ ਸਭ ਤੋਂ ਵੱਡੀ ਜਿਹੜੀ ਗੱਲ ਹੈ, ਲੇਬਰ ਦੀ ਤਾਂ ਆਪਾਂ ਸਭ ਤੋਂ ਵੱਡੀ ਗੱਲ ਕਰ ਲਈ, ਦੂਜੇ ਨੰਬਰ 'ਤੇ ਪਾਣੀ ਦੀ ਬੱਚਤ ਇਹਦੇ ਨਾਲ ਬਹੁਤ ਹੁੰਦੀ ਆ। ਕਿਉਂਕਿ ਜਦੋਂ ਅਸੀਂ ਸਭ ਤੋਂ ਜਿਹੜਾ ਮੇਨ ਆਪਣਾ ਪਾਣੀ ਲੱਗਦਾ ਉਹ ਕੱਦੂ ਕਰਨ ਵੇਲੇ ਲੱਗਦਾ, ਜਿਹਨੂੰ ਆਪਾਂ ਡਲਿੰਗ ਕਹਿ ਦਿੰਦੇ ਹਾਂ। ਕੱਦੂ ਕਰਨ ਵੇਲੇ ਸਭ ਤੋਂ ਜ਼ਿਆਦਾ ਪਾਣੀ ਆਪਣਾ ਵੇਸਟ ਹੁੰਦਾ, ਕਿਉਂਕਿ ਜਦੋਂ ਆਪਾਂ ਹੱਥਾਂ ਨਾਲ ਲਾਉਂਦੇ ਹਾਂ ਤੇ ਆਪਾਂ ਚਾਹੁੰਦੇ ਹਾਂ ਕਿ ਬਹੁਤ ਜ਼ਿਆਦਾ ਨਰਮ ਹੋਵੇ, ਤਾਂ ਕਿ ਜਦੋਂ ਉਹ ਲੇਬਰ ਲਾਵੇ ਉੱਥੇ ਤੇ ਉਹ ਚੰਗੀ ਤਰ੍ਹਾਂ ਬੂਟਾ ਹੋ ਜਾਵੇ। ਪਰ ਇਹਦੇ ਵਿੱਚ ਆਪਾਂ ਮਸ਼ੀਨ ਨਾਲ ਲਾਉਣਾ ਹੁੰਦਾ, ਇਸ ਲਈ ਸਾਨੂੰ ਇੰਨੀ ਜ਼ਿਆਦਾ ਕੱਦੂ ਕਰਨ ਦੀ ਜਾਂ ਇੰਨਾ ਜ਼ਿਆਦਾ ਪਾਣੀ ਵੇਸਟ ਕਰਨ ਦੀ ਲੋੜ ਨਹੀਂ ਹੁੰਦੀ। ਸਿਰਫ ਅਸੀਂ ਲੇਜ਼ਰ ਲੈਵਲਰ ਫੀਲਡ ਦੇ ਉੱਤੇ 1 ਇੰਚ ਤੱਕ ਦਾ ਪਾਣੀ ਵਹਾ ਰੱਖ ਕੇ ਤੇ ਉਹਦੇ ਉੱਤੇ ਅਸੀਂ ਨੂੰ ਬੀਜ ਸਕਦੇ ਹਾਂ। ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨਾਂ ਲਈ ਇੱਕ ਲਾਹੇਵੰਦ ਜਿਹੜੀ ਖੇਤੀ ਸਿੱਧ ਹੋਏਗੀ, ਔਰ ਹੁਣ ਜਿਹੜਾ ਹੈਗਾ ਕਿਸਾਨਾਂ ਨੂੰ ਇਸ ਦਾ ਕਾਫੀ ਮੁਨਾਫਾ ਹੋਏਗਾ? ਬਿਲਕੁਲ ਬਿਲਕੁਲ, ਕਿਉਂਕਿ ਇਹ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ, ਕਿਉਂਕਿ ਮੈਂ ਸਭ ਤੋਂ ਪਹਿਲਾਂ ਜਿਵੇਂ ਦੱਸਿਆ ਵੀ ਲੇਬਰ ਦੀ ਘਾਟ ਕਰਕੇ ਹੋ ਗਿਆ, ਤੇ ਦੂਜੇ ਨੰਬਰ 'ਤੇ ਟਾਈਮ ਸ਼ਾਰਟੇਜ ਜਾਂ ਕਹਿ ਲਓ ਜੇ ਅਸੀਂ ਇਹਨੂੰ ਤਿਆਰ ਕਰਕੇ ਤੇ ਇੱਕਦਮ ਜਦੋਂ ਤਿਆਰ ਹੋ ਗਈ ਨਾਲ ਦੇ ਨਾਲ ਅਸੀਂ ਫੀਲਡ ਵਿੱਚ ਲੈ ਸਕਦੇ ਹਾਂ। ਜਿਵੇਂ ਹੁਣ ਲੇਬਰ ਦੀ ਸ਼ਾਰਟੇਜ ਕਰਕੇ ਕਈ ਵਾਰ ਹੁੰਦਾ ਵੀ ਸਾਨੂੰ ਲੇਬਰ ਨਹੀਂ ਮਿਲਦੀ, ਕਿਸਾਨਾਂ ਨੂੰ ਆਮ ਤੌਰ 'ਤੇ ਲੇਬਰ ਨਹੀਂ ਮਿਲਦੀ, ਤੇ ਜਿਹੜੀ ਉਹ 30 ਦਿਨ ਜਾਂ 25 ਦਿਨ ਦੀ ਪਨੀਰੀ ਲਾਉਣੀ ਹੁੰਦੀ ਹੈ ਉਹ 35 ਦਿਨ ਤੱਕ ਪਹੁੰਚ ਜਾਂਦੀ ਹੈ, ਤੇ ਉਹਦੇ ਨਾਲ ਕਾਫੀ ਜ਼ਿਆਦਾ ਫਰਕ ਪੈਂਦਾ। ਤੇ ਨੰਬਰ 2 'ਤੇ ਜਿਹੜੀ ਇਹਦੀ ਮੇਨ ਐਡਵਾਂਟੇਜ ਆ ਉਹ ਹੈਗੀ ਆ, ਜਦੋਂ ਆਪਾਂ ਲੇਬਰ ਜਿਹੜੀ ਆਪਣੇ ਲਾਉਂਦੀ ਹੈਗੀ ਆ ਝੋਨਾ, ਉਹ ਕੀ ਆ, ਝੋਨਾ ਉਹਦੇ ਪਨੀਰੀ ਵਿੱਚੋਂ ਕੱਟ ਕੇ ਤੇ ਝਾੜ ਕੇ ਲਾ ਦਿੰਦੀ ਆ। ਝਾੜ ਕੇ ਲਾਉਣ ਨਾਲ ਮਤਲਬ ਕਿ ਉਹਨਾਂ ਦੀ ਜਿਹੜੀ ਮਿੱਟੀ ਆ ਜੜ੍ਹ ਨਾਲੋਂ ਉਹ ਨਿਕਲ ਜਾਂਦੀ ਆ, ਤੇ ਜਦੋਂ ਉਹ ਅਸੀਂ ਇੱਕ ਫੀਲਡ ਵਿੱਚ ਜਾ ਕੇ ਜਾਂ ਖੇਤ ਵਿੱਚ ਜਾ ਕੇ ਜਦੋਂ ਲਾਉਂਦੇ ਆ, ਤੇ ਉਹਨੂੰ ਘੱਟੋ ਘੱਟ ਹਫ਼ਤੇ ਤੋਂ 10 ਦਿਨ ਦਾ ਟਾਈਮ ਲੱਗ ਜਾਂਦਾ ਉਹ ਬੂਟੇ ਨੂੰ ਦੁਬਾਰਾ ਚੱਲਣ ਲਈ। ਇੱਕ ਵਾਰ ਸੁੱਕਦਾ ਫਿਰ ਬੂਟਾ ਚੱਲਦਾ। ਪਰ ਇਸ ਵਿੱਚ ਇਹ ਚੱਕਰ ਆ ਵੀ ਜਦੋਂ ਆਪਾਂ ਮੈਟ ਵਿੱਚ ਲਾਉਂਦੇ ਤੇ ਮੈਟ ਵਿੱਚ ਕਾਫੀ ਮੋਟਾਈ ਹੁੰਦੀ ਹੈ ਮਿੱਟੀ ਦੀ, ਤੇ ਉਹ ਜਿਹੜੀ ਮਸ਼ੀਨ ਆ ਉਹ ਸਣੇ ਮਿੱਟੀ ਦੇ ਜੜ੍ਹ ਨੂੰ ਚੱਕ ਕੇ ਤੇ ਫੀਲਡ ਵਿੱਚ ਲਾ ਜਾਂਦੀ ਹੈ। ਜਿਹੜਾ ਉਹ ਸਾਡਾ ਟਾਈਮ ਗੈਪ ਆ ਉਹ ਘਟ ਜਾਂਦਾ, ਜਿਹੜਾ 10 ਦਿਨ ਦਾ। ਉਹਦੇ ਨਾਲ ਸਾਨੂੰ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਐਡਵਾਂਟੇਜ ਹੁੰਦਾ, ਕਿਉਂਕਿ ਆਪਣੇ এনवायरमेंट 'ਚ ਬਹੁਤ ਜ਼ਿਆਦਾ ਵਿਗਾੜ ਆ ਰਿਹਾ। ਉਹ ਵਿਗਾੜ ਦਾ ਕਾਰਨ ਇਹ ਹੈ ਕਿਉਂਕਿ ਜਦੋਂ ਝੋਨਾ ਪੱਕਦਾ ਤੇ ਉਦੋਂ ਥੋੜ੍ਹਾ ਮੌਸਮ ਠੰਡਾ ਹੋ ਜਾਂਦਾ, ਤੇ ਜਦੋਂ ਫਿਰ ਉਦੋਂ ਫਾਰਮਰ ਦੇ ਕੋਲ ਟਾਈਮ ਬਹੁਤ ਘੱਟ ਹੁੰਦਾ ਅਗਲੀ ਫਸਲ ਲਾਉਣ ਲਈ, ਤੇ ਉਹ ਅੱਗ ਲਾ ਦਿੰਦਾ। ਤੇ ਇਹ ਜੇ 10 ਦਿਨ ਦਾ ਸਾਨੂੰ ਐਡਵਾਂਸ ਟਾਈਮ ਮਿਲ ਜਾਵੇ, ਤੇ ਉਸ 10 ਦਿਨਾਂ ਦੇ ਵਿੱਚ ਜਿਹੜਾ ਇੱਕ ਫਾਰਮਰ ਆ ਉਹ ਆਪਣੇ ਖੇਤ ਵਿੱਚ ਆਪਣੇ ਆਪਰੇਸ਼ਨ ਕਰਕੇ, ਜਿਵੇਂ ਵੀ ਮਸ਼ੀਨਰੀ ਕਰਕੇ, ਉਹ ਜਿਹੜੀ ਬਹੁਤ ਜ਼ਿਆਦਾ ਅੱਗ ਲੱਗ ਰਹੀ ਆ, ਵਾਤਾਵਰਨ 'ਚ ਵਿਗਾੜ ਆ ਰਿਹਾ, ਉਹਨੂੰ ਬਹੁਤ ਵੱਡੇ ਤਰੀਕੇ ਤੱਕ ਉਹਨੂੰ ਘਟਾਇਆ ਜਾ ਸਕਦਾ। ਕਿਉਂਕਿ ਉਹ ਜਿਹੜੇ 10 ਦਿਨ ਦਾ ਗੈਪ ਆ ਉਹਦੇ ਵਿੱਚ ਫਾਰਮਰ ਆਪਣੀ ਅਗਲੀ ਫਸਲ ਲੈਣ ਲਈ ਉਹ ਆਪਣੇ खेत ਨੂੰ ਤਿਆਰ ਕਰ ਸਕਦਾ। होशियारपुर से जॉनी गेरा की रिपोर्ट। इस चैनल पर चल रहे मुद्दों पर अपने विचार देने के लिए कमेंट करें और अपडेट रहने के लिए चैनल को लाइक एंड सब्सक्राइब करें और हाँ, बेल आइकन दबाना ना भूलें।